Good morning, students. The first chapter of your syllabus of English is Freedom at Midnight. Freedom ਹੁੰਦਾ ਹੈ ਆਜ਼ਾਦੀ। ਤੁਹਾਨੂੰ ਯਾਦ ਹੋਏਗਾ 1947 ਵਿੱਚ ਸਾਨੂੰ ਜਿਹੜੀ ਆਜ਼ਾਦੀ ਸੀ ਉਹ ਰਾਤ ਦੇ 12 ਵਜੇ ਦਿੱਤੀ ਗਈ ਸੀ। ਨਾਮ ਇਸ ਸਟੋਰੀ ਦਾ ਉਸ 'ਤੇ ਹੈ ਅਤੇ ਤੁਸੀਂ ਇਹਨੂੰ ਪੜ੍ਹਿਆ ਹੋਏਗਾ। ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ, ਬਹੁਤ ਸਾਰੀਆਂ ਉਸ ਦੇ ਵਿੱਚ ਪੁਰਾਣੀਆਂ ਸਟੋਰੀਜ਼ ਦੇ ਵਿੱਚ ਸੁਣਿਆ ਹੋਏਗਾ ਕਿ ਇੱਕ ਜਿਹੜਾ ਫਰੀडम ਹੈ ਉਹ ਸਾਨੂੰ ਆਜ਼ਾਦੀ ਜਿਹੜੀ ਮਿਲੀ ਬ੍ਰਿਟਿਸ਼ਰਸ ਤੋਂ, ਉਹ ਮਿਲੀ ਹੈ 1947 ਦੇ ਵਿੱਚ। ਔਰ ਉਸ ਫਰੀडम ਨੂੰ ਅਰਨ ਕਰਨ ਦੇ ਲਈ ਸਾਨੂੰ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦੇਣੀਆਂ ਪਈਆਂ। ਜਿਹੜੀ ਫਰੀडम ਦੀ ਗੱਲ ਇਸ ਕਹਾਣੀ ਵਿੱਚ ਹੋ ਰਹੀ ਹੈ, ਫਰੀडम ਐਟ ਮਿਡਨਾਈਟ, ਤੁਸੀਂ ਇੱਕ ਪਿਕਚਰ ਦੇਖੀ ਹੋਣੀ ਹੈ। ਸ਼ਹੀਦ ਆਜ਼ਮ ਬੂਟਾ ਸਿੰਘ, ਕੁਛ ਇਸ ਤਰ੍ਹਾਂ ਦਾ ਨਾਂ ਸੀ, ਸ਼ਹੀਦ ਮੁਹੱਬਤ ਬੂਟਾ ਸਿੰਘ, ਬੂਟਾ ਸਿੰਘ ਸ਼ਹੀਦ ਮੁਹੱਬਤ, ਪਤਾ ਨਹੀਂ ਕੀ ਕੋਈ ਇਹੋ ਜਿਹੀ ਪਿਕਚਰ ਬਣੀ ਸੀ ਗੁਰਦਾਸ ਮਾਨ ਅਤੇ ਕਿਸੇ ਹੋਰ ਦੇ ਨਾਲ, ਦਿਵਿਆ ਅਤੇ ਗੁਰਦਾਸ ਮਾਨ ਦੀ। ਸੇਮ ਉਹੀ ਸਟੋਰੀ ਹੈ। ਇਸ ਕਹਾਣੀ ਦੇ ਵਿੱਚ ਵੀ ਹੈਵ ਦ ਮੇਨ ਕੈਰੈਕਟਰ ਬੂਟਾ ਸਿੰਘ। ਹੀ ਇਜ਼ ਅ 55-year-old Sikh who is a farmer at present, क्योंकि उसने फौज छड़ दी है। 55 साल की ਉਹਦੀ ਉਮਰ ਹੈ। ਉਹਦਾ ਵਿਆਹ ਨਹੀਂ ਹੁੰਦਾ ਅਤੇ ਉਹ ਆਪਣੇ ਇਸ ਸਟੋਰੀ ਦੀ ਸ਼ਾਦ ਦੇ ਵਿੱਚ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ। ਹੀ ਇਜ਼ ਵਰਕਿੰਗ ਇਨ ਦ ਫੀਲਡਸ। ਜਦੋਂ ਉਸਨੂੰ ਇੱਕ ਕੁੜੀ ਦੀ ਆਵਾਜ਼ ਆਉਂਦੀ ਹੈ ਚੀਕਾਂ ਮਾਰਨ ਦੀ, ਭੱਜੀ ਆ ਰਹੀ ਹੈ ਕੁੜੀ, ਔਰ ਉਸ ਕੁੜੀ ਨੂੰ ਬਚਾਉਣ ਦੇ ਲਈ ਇਹ ਉਸ 'ਤੇ ਔਰ ਉਸ 'ਤੇ ਜਿਹੜਾ ਉਹਦੇ ਮਗਰ ਪਿਆ ਹੋਇਆ ਹੈ ਮੁੰਡਾ, ਉਸ ਦੇ ਵਿਚਾਲੇ ਆ ਕੇ ਖੜ੍ਹਾ ਹੋ ਜਾਂਦਾ ਹੈ ਔਰ ਉਸ ਲੜਕੀ ਨੂੰ ਇਹ ਬਚਾ ਲੈਂਦਾ ਹੈ। ਉਹ ਇੱਕ ਲੜਕੀ ਜਿਹੜੀ ਹੈ ਉਹ ਮੁਸਲਿਮ ਹੈ ਔਰ ਉਹ ਉਸ ਆਪਣੇ ਕੈਪਟਰ ਤੋਂ ਕਹਿ ਲਓ ਜਾਂ ਜੋ ਉਸ ਦੇ ਪਿੱਛੇ ਭੱਜਿਆ ਹੈ ਉਸ ਦੇ ਮਗਰ ਆ ਰਹੇ ਬੰਦੇ ਤੋਂ ਬਚਣ ਦੇ ਲਈ ਉਹ ਉਸ ਤੋਂ ਨੱਠ ਰਹੀ ਹੈ। When we meet Bhuta Singh, he is working in his fields and he is trying to be a good gentleman by saving the girl. ਉਹ ਕੁੜੀ ਦੀ ਉਮਰ ਬਹੁਤ ਹੀ ਛੋਟੀ 17 ਕੁ ਸਾਲ ਦੀ ਹੈ ਅਤੇ ਇਹ ਜਿਹੜਾ ਬੰਦਾ ਹੈ ਇਹ 55 ਸਾਲ ਦਾ ਹੈ। ਇਹ ਉਸ ਨੂੰ ਬਚਾ ਲੈਂਦਾ ਹੈ ਔਰ ਉਸ ਬੰਦੇ ਤੋਂ ਜਿਹੜਾ ਉਹਦੇ ਪਿੱਛੇ ਭੱਜੇ, ਉਸ ਤੋਂ 1500 ਰੁਪਏ 1500 ਰੁਪੀਜ਼ ਦੇ ਵਿੱਚ ਇਸ ਕੁੜੀ ਨੂੰ ਖਰੀਦ ਲੈਂਦਾ ਹੈ। ਹੀ ਬਾਈਜ਼ ਦ ਗਰਲ ਫॉर 1500 ਰੁਪੀਜ਼। ਜਦੋਂ ਇਹ ਕੁੜੀ ਨੂੰ ਆਪਣੇ ਘਰ ਲਿਆਂਦਾ ਹੈ, ਇਸ ਕੁੜੀ ਦਾ ਨਾਂ ਹੈ ਜ਼ੈਨੀਬ। ਬਹੁਤ ਹੀ ਪਿਆਰੀ ਜੀ, ਬਹੁਤ ਸੋਹਣੀ ਕੁੜੀ ਹੈ। ਇਸ ਦੇ ਲਈ ਉਹ ਇੱਕ ਕੀ ਕਹਾਂਗੇ, ਇੱਕ ਦੋਸਤ, एक अच्छी फ्रेंड, एक अच्छी डरी हुई है वो, पर फिर भी वो इसनों अपने घर लिया के रख लेंदा है। बहुत ही सोहना ਉਹਦੇ ਨਾਲ ਵਰਤਾਵ ਕਰਦਾ ਹੈ ਹਰ ਰੋਜ਼ ਉਹਦੇ ਲਈ, ਕਿਉਂਕਿ ਉਹ ਛੋਟੀ ਉਮਰ ਦੀ ਹੈ ਇਸ ਕਰਕੇ ਉਹਨੂੰ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਖੁਸ਼ੀ ਮਿਲਦੀ ਹੈ ਔਰ ਉਹ ਇਸ ਕਰਕੇ ਉਹਨੂੰ ਉਹ ਸਾਰੀਆਂ ਚੀਜ਼ਾਂ ਲਿਆ ਕੇ ਦਿੰਦਾ ਹੈ ਜਿਹੜੀਆਂ ਉਹਨੂੰ ਪਸੰਦ ਨੇ, ਚਾਹੇ ਉਹ ਬੈਂਗਲਸ ਨੇ, ਜੁੱਤੀਆਂ ਨੇ, ਕਦੇ ਦੁਪੱਟਾ ਹੈ, ਕਦੇ ਕੱਪੜੇ ਨੇ। ਇਸ ਤਰ੍ਹਾਂ ਚੱਲਦੇ ਚੱਲਦੇ ਬਹੁਤ ਸਾਰੇ ਦਿਨ, ਬੜੇ ਸਾਰੇ ਕਈ ਮਹੀਨੇ ਨਿਕਲ ਜਾਂਦੇ ਹਨ। ਉਸ ਨੂੰ ਇੱਕ ਖਿਆਲ ਆਉਂਦਾ ਹੈ ਕਿ ਅਗਰ ਇੱਦਾਂ ਹੋਵੇ ਕਿ ਮੈਂ ਉਸ ਤਰ੍ਹਾਂ ਉਹਦੇ ਨਾਲ ਆਈ ਸ਼ੁੱਡ ਗੈਟ ਮੈਰਿਡ ਟੂ ਦਿਸ ਗਰਲ। ਬਰਾਤ ਆਉਂਦੀ ਹੈ ਔਰ ਉਸ ਕੁੜੀ ਨੂੰ ਸਜਾਇਆ ਜਾਂਦਾ ਹੈ, ਉਸ ਤਰ੍ਹਾਂ ਉਹਦਾ ਵਿਆਹ ਹੋ ਜਾਂਦਾ ਹੈ ਐਂਡ ਬੂਟਾ ਸਿੰਘ ਗੈਟਸ ਮੈਰਿਡ ਟੂ ਜ਼ਨੀਬ। ਕੁਛ ਦੇਰ ਬਾਅਦ ਉਹਨਾਂ ਦੇ ਘਰ ਦੇ ਵਿੱਚ ਇੱਕ ਬੇਟੀ ਦਾ ਜਨਮ ਹੁੰਦਾ ਹੈ, ਅ ਗਰਲ ਇਜ਼ ਬੋਰਨ, ਅਤੇ ਉਸ ਕੁੜੀ ਦਾ ਨਾਮ
ਜ਼ੈਨੀਬ ਅਤੇ ਬੂਟਾ ਸਿੰਘ ਦੋਨੋਂ ਜਣੇ ਰਲ ਕੇ ਰੱਖਦੇ ਹਨ। ਬਹੁਤ ਹੀ ਸੋਹਣਾ ਤਨਵੀਰ ਉਹਦਾ ਨਾਂ ਰੱਖਿਆ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਇੱਕ ਅਸਮਾਨ ਤੋਂ ਉਤਰਿਆ ਹੋਇਆ ਫਰਿਸ਼ਤਾ ਤਨਵੀਰ। ਅਤੇ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਹੌਲੀ ਹੌਲੀ ਸੋਹਣੀ ਤਰ੍ਹਾਂ ਚੱਲ ਰਹੀ ਹੁੰਦੀ ਹੈ। ਬਟ ਆਫਟਰ ਸਮ ਟਾਈਮ ਜਿਹੜੇ ਉਹਦੇ ਨੈਫਿਊਜ਼ ਨੇ, ਉਹਦੇ ਜਿਹੜੇ ਭਤੀਜੇ ਨੇ ਬੂਟਾ ਸਿੰਘ ਦੇ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿੰਨੀ ਜ਼ਮੀਨ ਬੂਟਾ ਸਿੰਘ ਦੀ ਹੈ ਉਹ ਸਾਰੀ ਸਾਨੂੰ ਮਿਲ ਜਾਣੀ ਹੈ, ਪਰ ਕਿਉਂਕਿ ਹੁਣ ਉਹਨੇ ਵਿਆਹ ਕਰਾ ਲਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਰੀ ਉਸਦੇ ਬੱਚਿਆਂ ਨੂੰ ਮਿਲ ਜਾਏਗੀ। ਤਾਂ ਉਹ ਇਨਫੋਰਮਰ ਬਣ ਕੇ ਉਸ ਦੀ ਸ਼ਿਕਾਇਤ ਪੁਲਿਸ ਦੇ ਵਿੱਚ ਕਰ ਦਿੰਦੇ ਨੇ ਕਿ ਇਸ ਦੇ ਘਰ ਦੇ ਵਿੱਚ ਇੱਕ ਮੁਸਲਮਾਨ ਔਰਤ ਰਹਿੰਦੀ ਹੈ। ਅਤੇ ਜਿਸ ਕਰਕੇ ਉਹ ਜਿਹੜੀ ਕੁੜੀ ਹੈ ਜ਼ੈਨੀਬ ਹੈ, ਉਸ ਨੂੰ ਪੁਲਿਸ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਚੁੱਕ ਕੇ ਲੈ ਜਾਂਦੇ ਨੇ। ਹੁੰਦਾ ਕੀ ਹੈ ਕਿ ਉਹ ਜਿਹੜਾ ਬੂਟਾ ਸਿੰਘ ਹੈ ਇਸ ਤੋਂ ਬਹੁਤ ਦੁਖੀ ਹੁੰਦਾ ਹੈ ਕਿ ਇਹ ਕੀ ਹੋ ਗਿਆ, ਸਾਰਾ ਘਰ ਹੀ ਬਰਬਾਦ ਹੋ ਗਿਆ। ਜ਼ੈਨੀਬ ਨੂੰ ਲਿਜਾ ਕੇ ਉਸ ਜਗ੍ਹਾ ਤੋਂ ਇੱਕ ਕੈਂਪ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਉਹ ਪਾਕਿਸਤਾਨ ਵਿੱਚ ਉਸ ਦਾ ਗਿਆ ਹੋਇਆ ਪਰਿਵਾਰ ਉਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੜਾ ਹੀ ਡੈਸਪਰੇਟ ਹੁੰਦਾ ਹੈ ਬੂਟਾ ਸਿੰਘ, ਬੜਾ ਦੁਖੀ ਹੁੰਦਾ ਹੈ ਕਿ ਹੁਣ ਮੈਂ ਕੀ ਕਰਾਂ। ਉਹ ਦਿੱਲੀ ਜਾਂਦਾ ਹੈ ਔਰ ਦਿੱਲੀ ਜਾ ਕੇ ਉੱਥੇ ਮਸਜਿਦ ਦੇ ਵਿੱਚ ਜਾ ਕੇ, ਜਾਮਾ ਮਸਜਿਦ ਦੇ ਵਿੱਚ ਜਾ ਕੇ ਸਭ ਤੋਂ ਔਖਾ ਕੰਮ ਕਰਦਾ ਹੈ। ਉਹ ਆਪਣਾ ਇੱਕ ਸਿੱਖ ਹੁੰਦੇ ਹੋਏ ਆਪਣਾ ਧਰਮ, ਆਪਣਾ ਰਿਲੀਜਨ ਚੇਂਜ ਕਰਕੇ ਮੁਸਲਮਾਨ ਬਣ ਜਾਂਦਾ ਹੈ ਔਰ ਆਪਣੇ ਬਾਲ ਕਟਾ ਲੈਂਦਾ ਹੈ। ਬੂਟਾ ਸਿੰਘ ਫਿਰ ਉਸ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਵਿੱਚ ਜਾਂਦਾ ਹੈ ਕਿ ਮੇਰੀ ਜਿਹੜੀ ਵਾਈਫ ਹੈ ਉਹਨੂੰ ਵਾਪਸ ਕਰ ਦਿਓ, ਯੂ ਸ਼ੁੱਡ ਰਿਟਰਨ ਮਾਈ ਵਾਈਫ ਟੂ ਮੀ, ਕਿਉਂਕਿ ਉਹ ਮੁਸਲਮਾਨ ਨਹੀਂ, ਉਹ ਮੁਸਲਮਾਨ ਹੈ ਅਤੇ ਮੁਸਲਮਾਨ ਨੇ ਹੀ ਮੁਸਲਮਾਨ ਨਾਲ ਵਿਆਹ ਕਰਾਇਆ ਹੈ ਅਤੇ ਇਹਦੇ 'ਚ ਕੀ ਮਾੜੀ ਗੱਲ। ਮੇਰੀ ਵਾਈਫ ਔਰ ਮੇਰਾ ਬੱਚਾ ਮੈਨੂੰ ਚਾਹੀਦਾ ਹੈ, ਇਕੱਠੇ ਚਾਹੀਦੇ ਹਨ। ਇਸੇ ਤਰ੍ਹਾਂ 6 ਮਹੀਨੇ ਲੰਘ ਜਾਂਦੇ ਨੇ, 6 months go by and nothing happens। ਉਹ ਉੱਥੇ ਹੀ ਬੈਠਾ ਰਹਿੰਦਾ ਹੈ ਕੈਂਪ ਦੇ ਬਾਹਰ, ਆਪਣੀ ਵਾਈਫ ਦੇ ਨਾਲ ਗੱਲਾਂ ਕਰਦਾ ਹੈ, ਆਪਣੇ ਬੱਚੇ ਨੂੰ ਉਹਨੂੰ ਲੈ ਕੇ ਜਾਂਦਾ ਹੈ ਮਿਲਾਉਣ ਦੇ ਲਈ, ਔਰ ਇਸ ਤਰ੍ਹਾਂ ਉਹਨਾਂ ਦੇ ਬੜੇ ਸਾਰੇ ਦਿਨ, ਬੜੇ ਸਾਰੇ ਮੰਥਸ ਗੁਜ਼ਰ ਜਾਂਦੇ ਨੇ। ਅਤੇ ਜਿਹੜਾ ਬੂਟਾ ਸਿੰਘ ਹੈ, ਇੱਕ ਦਿਨ ਉਹਨੂੰ ਪਤਾ ਲੱਗਦਾ ਹੈ ਕਿ ਉਸ ਕੈਂਪ ਤੋਂ ਉਸ ਦੀ ਜਿਹੜੀ ਵਾਈਫ ਹੈ ਉਸ ਨੂੰ ਸ਼ਿਫਟ ਕਰਨਾ ਹੈ, ਉਹਨੂੰ ਪਾਕਿਸਤਾਨ ਭੇਜਣ ਲੱਗੇ ਨੇ। ਉਹ ਵੀਜ਼ਾ ਲਈ ਅਪਲਾਈ ਕਰਦਾ ਹੈ ਕਿ ਮੈਨੂੰ ਵੀ ਨਾਲ ਹੀ ਭੇਜ ਦਿੱਤਾ ਜਾਵੇ ਪਾਕਿਸਤਾਨ। ਉਹ ਰਿਫਿਊਜ਼ ਹੋ ਜਾਂਦਾ ਹੈ, ਉਹਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ। ਉਹ ਜਿਹੜੀ ਉਹਦੀ ਬੇਟੀ ਹੈ, ਕਿਉਂਕਿ ਉਹ ਪਹਿਲਾਂ ਸਿੱਖ ਸੀ ਤਾਂ ਉਹਦਾ ਨਾਂ ਤਨਵੀਰ ਸੀ, ਅਤੇ ਪਰ ਹੁਣ ਜਦੋਂ ਮੁਸਲਮਾਨ ਬਣ ਗਿਆ ਤਾਂ ਉਸਨੇ ਉਹਦਾ ਨਾਂ ਚੇਂਜ ਕਰਕੇ ਸੁਲਤਾਨਾ ਰੱਖ ਦਿੱਤਾ। ਉਸਨੇ ਬੜੀ ਮੁਸ਼ਕਿਲ ਦੇ ਨਾਲ ਪੁੱਠੇ ਸਿੱਧੇ ਤਰੀਕੇ ਲਗਾ ਕੇ ਉਹ ਬਾਰਡਰ ਜਿਹੜਾ ਹੈ ਇਲੀਗਲੀ ਕ੍ਰੋਸ ਕਰ ਲੈਂਦਾ ਹੈ, ਪੈਸੇ ਦੇ ਕੇ ਹੋਰ ਤਰੀਕਿਆਂ ਨਾਲ ਬੜੀ ਮੁਸ਼ਕਿਲ ਨਾਲ ਉਹ ਕ੍ਰੋਸ ਕਰਕੇ ਬਾਰਡਰ ਨੂੰ ਪਾਕਿਸਤਾਨ ਪਹੁੰਚ ਜਾਂਦਾ ਹੈ ਔਰ ਲਾਹੌਰ ਦੇ ਵਿੱਚ ਆਪਣੀ ਬੇਟੀ ਨੂੰ ਕਿਸੇ ਆਪਣੇ ਫਰੈਂਡ ਦੇ ਕੋਲ ਛੱਡ ਕੇ ਉਸ ਦੇ ਪਿੰਡ, ਕੁੜੀ ਦੇ ਪਿੰਡ ਚਲਾ ਜਾਂਦਾ ਹੈ, ਜ਼ੈਨੀਬ ਦੇ ਪਿੰਡ। ਜਦੋਂ ਜ਼ੈਨੀਬ ਦੇ ਕੋਲ ਉੱਥੇ ਪਿੰਡ ਜਾਂਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਦੈਟ ਹਿਜ਼ ਵਾਈਫ ਹੈਜ਼ ਬੀਨ ਮੈਰਿਡ ਆਫ ਟੂ ਹਰ ਕਜ਼ਨ। ਉਹਦੇ ਹੀ ਬੇਟੇ ਭਰਾ ਦੇ ਨਾਲ, ਕਜ਼ਨ ਦੇ ਨਾਲ ਉਹਦਾ ਵਿਆਹ ਕਰ ਦਿੱਤਾ ਗਿਆ ਹੈ। ਔਰ ਜ਼ੈਨੀਬ ਜਿਹੜੀ ਹੈ ਉਹ ਬਹੁਤ ਦੁਖੀ ਹੈ। ਉੱਧਰੋਂ ਬੂਟਾ ਸਿੰਘ ਵੀ ਬਹੁਤ ਦੁਖੀ ਹੈ, ਪਰ ਉਹ ਕੁਝ ਨਹੀਂ ਕਰ ਸਕਦਾ। ਉਹ ਬਹੁਤ ਉਹਨਾਂ ਨੂੰ ਸਾਰਿਆਂ ਨੂੰ, ਅਥੋਰਿਟੀਜ਼ ਨੂੰ ਵੀ ਔਰ ਉਸਦੇ ਪਰਿਵਾਰ ਨੂੰ ਵੀ ਬਹੁਤ ਪਰੇਸ਼ਾਨ ਹੋ ਕੇ ਆਪਣੀ ਸਾਰੀ ਕਹਾਣੀ ਸੁਣਾਉਂਦਾ ਹੈ ਔਰ ਕਹਿੰਦਾ ਹੈ ਕਿ ਮੇਰੀ ਜਿਹੜੀ ਵਾਈਫ ਹੈ ਉਹ ਮੈਨੂੰ ਵਾਪਸ ਕਰ ਦਿਓ, ਉਹਨੂੰ ਦੇ ਦਿਓ ਅਤੇ ਮੈਂ ਆਪਣੇ ਦੇਸ਼ ਜਾ ਕੇ ਤੁਹਾਡੇ ਤੋਂ ਦੂਰ ਰਹਿ ਲਵਾਂਗਾ। ਉਹ ਇਸ ਦਾ ਕੀ ਕਰਦੇ ਨੇ ਕਿ ਉਸ ਦੇ ਉੱਤੇ ਕੇਸ ਕਰ ਦਿੰਦੇ ਨੇ, ਕੋਰਟ ਦੇ ਵਿੱਚ ਕੇਸ ਕਰ ਦਿੰਦੇ ਨੇ। ਇਹ ਇਲੀਗਲੀ ਇਸ ਜਗ੍ਹਾ ਦੇ ਉੱਪਰ ਪਾਕਿਸਤਾਨ ਦੇ ਵਿੱਚ ਆਇਆ ਹੋਇਆ ਹੈ। ਜਦੋਂ ਉਹਦੇ ਨਾਲ ਉਹ ਜਿਹੜਾ ਜੱਜ ਹੁੰਦਾ ਹੈ, ਉਹ ਜੱਜ ਨੂੰ ਵੀ ਬੈਕ ਕਰਦਾ ਹੈ ਕਿ ਮੇਰੀ ਜਿਹੜੀ ਵਾਈਫ ਹੈ ਉਹਨੂੰ ਰਿਟਰਨ ਕਰ ਦਿਓ, ਬਟ ਨੋਬਡੀ ਲਿਸਨਸ ਟੂ ਹਿਮ।
ਤੇ ਉਹਨੂੰ ਕੋਈ ਵੀ ਤੁਹਾਨੂੰ ਨਹੀਂ ਦੱਸਦਾ, ਨਾ ਹੀ ਉਹਦੀ ਕੋਈ ਪਲੀਜ਼ ਸੁਣਦਾ ਹੈ, ਨਾ ਹੀ ਉਸ ਨੂੰ ਬੜੀ ਹੀ ਬੇਦਰਦੀ ਦੇ ਨਾਲ ਕੁੱਟਿਆ ਜਾਂਦਾ ਹੈ, ਉਸ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੁੰਦੇ ਹੁੰਦੇ ਕੋਰਟ ਦੇ ਵਿੱਚ ਉਹਦੇ ਨਾਲ ਬਹੁਤ ਧੱਕਾ ਮੁੱਕੀ, ਬਹੁਤ ਉਹਨੂੰ ਮਾਰਿਆ ਜਾਂਦਾ ਹੈ। ਔਰ ਮਾਰਨ ਦੇ ਨਾਲ ਕੀ ਹੁੰਦਾ ਹੈ ਕਿ ਉਸ ਨੂੰ ਜਿਹੜੀ ਉਹਦੀ ਵਾਈਫ ਹੈ, ਉਹਨੂੰ ਜਦੋਂ ਕੋਰਟ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਉਹ ਉਸ ਨੂੰ ਉਹਦੀ ਕੋਈ ਗੱਲ ਨਹੀਂ ਸੁਣਦੇ, ਔਰ ਉਸ ਨੂੰ ਵੀ ਬੁਰਾ ਭਲਾ ਕਹਿ ਕੇ ਉੱਥੋਂ ਬਾਹਰ ਭਜਾ ਦਿੰਦੇ ਨੇ। ਅਤੇ ਇਹ ਉਹਨੂੰ ਪੁੱਛਿਆ ਜਾਂਦਾ ਹੈ ਕੋਰਟ ਦੇ ਸਾਹਮਣੇ ਕਿ ਕੀ ਤੂੰ ਇਸ ਬੰਦੇ ਨੂੰ ਜਾਣਦੀ ਹੈ, ਡੂ ਯੂ ਨੋ ਬੂਟਾ ਸਿੰਘ? ਤਾਂ ਉਹ ਕਹਿੰਦੀ ਹੈ ਕਿ ਨਹੀਂ, ਉਹ ਕਹਿੰਦੀ ਹੈ ਮੈਂ ਜਾਣਦੀ ਹਾਂ, ਇਹ ਬੂਟਾ ਸਿੰਘ ਹੈ ਮੇਰਾ ਹਸਬੈਂਡ, ਮੇਰਾ ਫਸਟ ਹਸਬੈਂਡ, ਅਤੇ ਮੇਰੀ ਇਹ ਬੇਟੀ ਹੈ। ਅਤੇ ਉਹਨੂੰ ਪੁੱਛਦੇ ਨੇ ਕਿ ਕੀ ਤੂੰ ਵਾਪਸ ਇੰਡੀਆ ਜਾਣਾ ਚਾਹੇਂਗੀ? ਤਾਂ ਉਹ ਕਹਿੰਦੀ ਹੈ ਕਿ ਕਿਉਂਕਿ ਆਲੇ ਦੁਆਲੇ ਉਹਦੇ ਸਾਰੇ ਪਰਿਵਾਰ ਹੁੰਦਾ ਹੈ, ਆਲੇ ਦੁਆਲੇ ਉਹਦੇ ਸਾਰੇ ਫੈਮਿਲੀ ਮੈਂਬਰਸ ਹੁੰਦੇ ਨੇ, ਪੇਰੈਂਟਸ ਹੁੰਦੇ ਨੇ, ਉਹਦਾ ਹਸਬੈਂਡ ਹੁੰਦਾ ਜਿਹੜਾ ਹੁਣ ਐਟ ਪ੍ਰੈਜ਼ੈਂਟ ਉਹਦਾ ਹਸਬੈਂਡ ਹੈ, ਤਾਂ ਉਹ ਸਾਰੇ ਉਹਨੂੰ ਉਸ ਤੋਂ ਕਹਾ ਦਿੰਦੇ ਨੇ ਕਿ ਨਹੀਂ, ਮੈਂ ਇਹਦੇ ਨਾਲ ਨਹੀਂ ਜਾਣਾ ਚਾਹੁੰਦੀ, ਔਰ ਨਾ ਹੀ ਮੈਂ ਇੰਡੀਆ ਵਾਪਸ ਜਾਣਾ ਚਾਹੁੰਦੀ ਹਾਂ। ਇਸ ਤਰ੍ਹਾਂ ਕਹਿੰਦਾ ਜਿਹੜੀ ਜ਼ੈਨੀਬ ਹੈ ਉਹਨੂੰ ਬੂਟਾ ਸਿੰਘ ਕਹਿੰਦਾ ਕਿ ਓਕੇ, you do not want to come to me and to live with me, then keep your daughter। ਆਪਣੀ ਬੇਟੀ ਹੈ ਜਿਹੜੀ ਜ਼ੈਨੀਬ, ਆਪਣੀ ਜਿਹੜੀ ਕੁੜੀ ਹੈ, ਉਸ ਨੂੰ ਤੂੰ ਆਪਣੇ ਕੋਲ ਰੱਖ ਲੈ। ਤਾਂ ਉਹ ਕਹਿੰਦੀ ਨਹੀਂ, ਇਹ ਵੀ ਮੈਂ ਨਹੀਂ ਰੱਖਣੀ, ਅਤੇ ਮੈਂ ਇਸ ਤਰ੍ਹਾਂ ਇਸ ਕੁੜੀ ਨੂੰ ਵੀ ਆਪਣੇ ਨਾਲ ਨਹੀਂ ਰੱਖਣਾ, ਅਤੇ ਉਹ ਨਾ ਕਰਕੇ ਉੱਥੋਂ ਚਲੀ ਜਾਂਦੀ ਹੈ। ਬੂਟਾ ਸਿੰਘ ਬਹੁਤ ਰੋਂਦਾ ਹੈ, ਬਹੁਤ ਉਦਾਸ, ਬਹੁਤ ਦੁਖੀ ਹੈ, ਔਰ ਉਸ ਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਉਹ ਕੀ ਕਰੇ। ਇਸੇ ਤਰ੍ਹਾਂ ਉਹ ਜਿਹੜਾ ਉੱਥੇ ਇੱਕ ਮੌਸਕ ਹੈ, ਇੱਕ ਉੱਥੇ ਮਸਜਿਦ ਹੈ, ਦਾਤਾ ਗੰਗ ਬਖਸ਼ ਇੱਕ ਸੰਤ ਹੈ, ਉਹ ਉਸ ਦੇ ਕੋਲ ਜਾਂਦਾ ਹੈ, ਉਸ ਮਸਜਿਦ ਦੇ ਵਿੱਚ ਬੈਠਾ ਹੁੰਦਾ ਹੈ, ਔਰ ਉੱਥੇ ਉਹ ਬੈਠਾ ਹੋਇਆ ਸੋਚ ਰਿਹਾ ਹੈ ਕਿ ਹੁਣ ਅੱਗੇ ਮੈਂ ਕੀ ਕਰਾਂ। ਇੱਕ ਨਾਲ ਹੀ ਰੇਲ ਗੱਡੀਆਂ ਵਾਲੀ ਦੀ ਆਵਾਜ਼ ਆਉਂਦੀ ਹੈ। ਬੂਟਾ ਸਿੰਘ ਆਪਣੀ ਬੇਟੀ ਨੂੰ ਚੱਕਦਾ ਹੈ, ਉਸ ਨੂੰ ਚੱਕ ਕੇ ਉਹ ਉੱਥੇ ਲਿਜਾਂਦਾ ਹੈ, ਔਰ ਲਿਜਾ ਕੇ ਉਸ ਪਲੇਟਫਾਰਮ ਦੇ ਉੱਪਰ ਉਸ ਟ੍ਰੇਨ ਦੇ ਅੱਗੇ ਛਲਾਂਗ ਮਾਰ ਦਿੰਦਾ ਹੈ, ਔਰ ਇਸ ਤਰ੍ਹਾਂ ਉਹ ਦੋਨੋਂ ਜਣੇ ਉੱਥੇ ਹੀ ਮਰ ਜਾਂਦੇ ਨੇ। ਬੂਟਾ ਸਿੰਘ ਜਿਹੜਾ ਹੈ ਦੀ ਜਿਹੜੀ ਉੱਥੇ ਹੀ ਡੈਥ ਹੋ ਜਾਂਦੀ ਹੈ, ਪਰ ਉਹਦੀ ਜਿਹੜੀ ਕੁੜੀ ਹੈ ਜਿਹੜੀ ਬੇਟੀ ਹੈ ਉਹ ਬਚ ਜਾਂਦੀ ਹੈ। ਬੂਟਾ ਸਿੰਘ ਤਾਂ ਉੱਥੇ ਹੀ ਮਰ ਜਾਂਦਾ ਹੈ, ਬਟ ਉਹਦੀ ਜਿਹੜੀ ਡਾਟਰ ਹੈ ਉਹ ਆਪਣੇ ਆਪ ਪਤਾ ਨਹੀਂ ਕਿਵੇਂ ਰੱਬ ਦੀ ਕਿਸਮਤ, ਰੱਬ ਕਹਿ ਲਓ ਜਾਂ ਕੁਛ ਕਹਿ ਲਓ, ਉਸ ਦੇ ਨਾਲ ਉਹਦੀ ਕਿਸਮਤ ਹੈ ਕਿ ਉਹ ਬਚ ਜਾਂਦੀ ਹੈ। ਉਹ ਜ਼ੈਨੀਬ ਦੇ ਲਈ ਇੱਕ ਚਿੱਠੀ ਛੱਡਦਾ ਹੈ ਜਿਹੜੀ ਕਿ ਉਹਦੇ ਜੇਬ ਦੇ ਵਿੱਚ ਪਾਈ ਜਾਂਦੀ ਹੈ। ਉਸ 'ਤੇ ਉਹਨੇ ਲਿਖਿਆ ਹੈ ਕਿ ਮਾਈ ਡੀਅਰ ਜ਼ੈਨੀਬ, ਯੂ ਲਿਸਨ ਟੂ ਦੀ ਵੋਇਸ ਆਫ ਦ ਮਲਟੀਟਿਊਡ, ਤੂੰ ਲੋਕਾਂ ਦੀ ਗੱਲ ਸੁਣੀ, ਬਟ ਦਿਸ ਵੋਇਸ ਇਜ਼ ਨੈਵਰ ਸਿੰਸੀਅਰ, ਪਰ ਇਹ ਆਵਾਜ਼ ਕਦੇ ਵੀ ਚੰਗੀ ਸਹੀ ਨਹੀਂ ਹੁੰਦੀ। ਸਟਿਲ ਮਾਈ ਲਾਸਟ ਵਿਸ਼, ਕਹਿੰਦਾ ਮੇਰੀ ਜਿਹੜੀ ਆਖਰੀ ਇੱਛਾ ਹੈ ਉਹ ਇਹੀ ਹੈ ਕਿ ਮੈਂ ਤੇਰੇ ਨਾਲ ਰਹਾਂ। ਮੈਂ ਤੈਨੂੰ ਮਿਲ ਤਾਂ ਨਹੀਂ ਸਕਿਆ, ਪਰ ਮੈਨੂੰ ਜਦੋਂ ਦਫਨਾਉਣਗੇ ਤਾਂ ਇਹ ਕਬਰਿਸਤਾਨ ਦੇ ਵਿੱਚ, ਮੈਨੂੰ ਤੇਰੇ ਪਿੰਡ ਦੇ ਕਬਰਿਸਤਾਨ ਵਿੱਚ ਮੈਨੂੰ ਦਫਨਾਇਆ ਜਾਵੇ। ਸੋ ਇਸ ਤਰ੍ਹਾਂ ਉਹਦਾ ਜਿਹੜਾ ਸੁਸਾਈਡ ਉਹ ਸਾਰੇ ਦੁਨੀਆ ਉੱਥੇ ਪਾਕਿਸਤਾਨ ਦੇ ਵਿੱਚ ਪੂਰਾ ਇੱਕ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰਦਾ ਹੈ। ਬੜੇ ਦੰਗੇ ਹੁੰਦੇ ਨੇ, ਅੱਧੇ ਲੋਕ ਕਹਿੰਦੇ ਨੇ ਬੂਟਾ ਸਿੰਘ ਸੀ ਜਿਹੜਾ ਉਹ ਬੜਾ ਵਧੀਆ ਬੰਦਾ ਸੀ, ਦੂਸਰੇ ਕਹਿੰਦੇ ਨਹੀਂ ਉਹ ਕਾਫਿਰ ਹੈ। ਅਤੇ ਉਹ ਸਾਰੇ ਜਣੇ ਉਸ ਨੂੰ ਉਹਦੀ ਪੈਸੇ ਇਕੱਠੇ ਕਰਕੇ ਉਹ ਜ਼ੈਨੀਬ ਦੇ ਪਿੰਡ ਜਦੋਂ ਦਫਨਾਉਣ ਜਾਂਦੇ ਨੇ ਤਾਂ ਉੱਥੇ ਉਹ ਲੋਕ ਉਹਨੂੰ ਅਲਾਓ ਨਹੀਂ ਕਰਦੇ, ਔਰ ਇਸ ਤਰ੍ਹਾਂ ਉਹਨੂੰ ਚੱਕ ਕੇ ਲੈ ਆਉਂਦੇ ਨੇ, ਔਰ ਚੱਕ ਕੇ ਉਹਨੂੰ ਇੱਕ ਹੋਰ ਜਗ੍ਹਾ 'ਤੇ ਦਫਨਾ ਦਿੱਤਾ ਜਾਂਦਾ ਹੈ, ਲਾਹੌਰ ਦੇ ਕੋਲ। ਅਤੇ ਲਾਹੌਰ ਦੇ ਵਿੱਚ ਜਦੋਂ ਉਹਨੂੰ ਦਫਨਾਉਂਦੇ ਨੇ ਤਾਂ ਉਸ ਜ਼ੈਨੀਬ ਦੀ ਫੈਮਿਲੀ ਇੰਨੇ ਕੁ ਗੁੱਸੇ 'ਚ ਹੁੰਦੀ ਹੈ, ਉਸ ਦੇ ਦਫਨਾਉਣ ਤੋਂ ਬਾਅਦ ਉਹਦੀ ਬੋਡੀ ਨੂੰ ਦੁਬਾਰਾ ਤੋਂ ਕੱਢ ਕੇ ਉਹਨੂੰ ਫੇਰ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਕਬਰ ਦੇ ਵਿੱਚੋਂ।
ਮਤਲਬ ਇਸ ਤਰ੍ਹਾਂ ਉਹਨੂੰ ਅਪਰੂਟ ਕਰ ਦਿੱਤਾ ਜਾਂਦਾ ਔਰ ਉਸ ਦਾ ਜਿਹੜਾ ਟੂੰਬ ਹੈ ਜਾਂ ਉਹਦੀ ਕਬਰ ਹੈ ਜਿਹੜੀ ਉਸ ਨੂੰ ਉਹ ਦੁਬਾਰਾ ਖਾਲੀ ਕਰ ਦਿੰਦੇ ਨੇ ਕਿ ਇਸ ਬੰਦੇ ਨੂੰ ਅਸੀਂ ਨਹੀਂ ਦਫਨਾਉਣਾ। ਇਸ ਤਰ੍ਹਾਂ ਹੁੰਦਾ ਕੀ ਹੈ ਕਿ ਉਹਨਾਂ ਦੇ ਵਿੱਚ ਹੀ ਮੁਸਲਮਾਨ ਜਿਹੜੇ ਨੇ ਉਹ ਅਲੱਗ ਹੋ ਜਾਂਦੇ ਨੇ। ਕੁਝ ਕਹਿੰਦੇ ਨੇ ਹੁਣ ਅਸੀਂ ਹੀ ਗਾਰਡ ਕਰਾਂਗੇ ਇਹਨੂੰ ਕਿ ਇਹ ਬੰਦਾ ਜਿਹੜਾ ਸੀ ਇਸਨੇ ਚਾਹੇ ਕਨਵਰਟ ਹੋਇਆ ਪਰ ਹੁਣ ਤਾਂ ਮੁਸਲਮਾਨ ਜੋ ਮਰਿਆ ਅਤੇ ਇਸ ਕਰਕੇ ਇਹਨੂੰ ਅਸੀਂ ਦਫਨਾਵਾਂਗੇ ਔਰ ਇਹਦੀ ਜਿਹੜੀ ਕਬਰ ਹੈ ਉਸ ਨੂੰ ਇੱਕ ਹੈਰੀਟੇਜ ਵਾਂਗ ਬਣਾਵਾਂਗੇ ਔਰ ਲਾਸਟ ਦੇ ਵਿੱਚ ਉਹਦੀ ਕਬਰ ਦੇ ਉੱਪਰ ਸਦਾ ਲਈ ਇੱਕ ਸੋਹਣਾ ਟੂੰਬ ਬਣਾ ਕੇ ਉਹਨੂੰ ਸਜਾ ਦਿੱਤੀ ਜਾਂਦੀ। ਸੋ ਇਹ ਤੁਹਾਡੀ ਫਸਟ ਸਟੋਰੀ ਹੈ ਫਰੀडम ਐਟ ਮਿਡਨਾਈਟ। ਤੁਸੀਂ ਇਹਦੀ ਮੂਵੀ ਜ਼ਰੂਰ ਦੇਖਿਓ। ਸ਼ਹੀਦ-ਏ-ਮੁਹੱਬਤ, ਬੂਟਾ ਸਿੰਘ ਸ਼ਾਇਦ ਉਹਦਾ ਨਾਂ ਹੈ, ਗੁਰਦਾਸ ਮਾਨ ਅਤੇ ਉਹਦੇ ਵਿੱਚ ਇੱਕ ਐਕਟਰੈਸ ਨਹੀਂ ਪਤਾ ਕੌਣ ਹੈ ਪਰ ਇਹ ਅੱਛੀ ਪਿਕਚਰ ਹੈ, ਤੁਸੀਂ ਦੇਖ ਸਕਦੇ ਹੋ। ਫਸਟ ਚੈਪਟਰ ਤੁਹਾਡਾ ਇਹ ਹੈ, ਅਗਲਾ ਕਰਾਂਗੇ ਨੈਕਸਟ ਟਾਈਮ। ਓਕੇ, ਥੈਂਕ ਯੂ।